प्यारे विद्यार्थियों, साडा अज दा जो टॉपिक आ वो इतिहास विषय के विद्यार्थी लई बहुत ही इंपॉर्टेंट आ। ना केवल इतिहास विषय के विद्यार्थी लई सगों मैं कहांगी कि हर विद्यार्थी दे लई आम जानकारी दे लई बहुत जरूरी है। इतिहास का विषय जो असी पढ़ते हैं तो इतिहास लिखण समय या पढ़न समय उन्होंने मितिबद्ध रूप दे विच पेश किया जाता। बहुते विद्यार्थी इतिहास के विषय नूं इसलिए औखा समझते आ, कन्नी कतराउंदे आ कि इस विच मितियां नूं याद करना पैंदा। एक होर समस्या विद्यार्थियों नूं जो आउंदी आ कि समय नूं दर्शाउण लई असीं जिहड़े सन दी वरतों करदे आ वो किते ईसवी लिखिआ, किते ईसवी पूर्व लिखिआ, किते सम्मत लिखिआ, तां विद्यार्थी नूं उत्थे थोड़ी मुश्किल आउंदी आ। बहुती समस्या उदों आउंदी आ जदों विद्यार्थी देखदा कि किसी दे जन्म की जिहड़ी मिति आ वो बाद दी आ ते मौत की मिति आ जिहड़ी वो पहलां दी आ, तां विद्यार्थी सवाल पुछदा कि जिहड़ी मिति आ ये गलत आ, क्योंकि ये किस तरह हो सकदा कि किसी दा जिहड़ा जन्म बाद च होया होवे ते मौत पहलां होवे। तां विद्यार्थी नूं फिर समझाईदा कि जिहड़े ईसवी पूर्व दे सन ने वो घटदे क्रम दे विच चलदे ने। बहुते विद्यार्थी इस संबंधी प्रश्न नहीं पुछदे। हर सैशन दे विच एक जां दो विद्यार्थी हुंदे आ जिहड़े प्रश्न पुछदे आ। मैं कोशिश करती हुंदी आ कि पहलां विद्यार्थी प्रश्न पुछण, देखदे आ कि उन्हां दी वो ध्यान नाल पढ़दे आ कि नहीं, जां उन्हां दी जिग्यासा जागदी आ इस बारे। जे नहीं पुछदे तां आप दसीदा कि ईसवी दे विच जां ईसवी पूर्व दे विच की फर्क आ। ਜਿਹੜੀਆਂ ਬਹੁਤੀ ਸਮੱਸਿਆ ਵਿਦਿਆਰਥੀਆਂ ਨੂੰ, ਕਿਉਂਕਿ ਜਿਹੜੀਆਂ ਤੁਹਾਡੀਆਂ ਹੋਣ ਵਾਲੀਆਂ ਪਾਠ ਪੁਸਤਕਾਂ ਨੇ ਉਹਦੇ ਵਿੱਚ ਤੁਸੀਂ ਈਸਵੀ ਜਾਂ ਈਸਵੀ ਪੂਰਵ ਹੀ ਪੜ੍ਹਦੇ ਹੋ। ਜਦੋਂ ਅਸੀਂ ਕੋਈ ਪੁਰਾਤਨ ਇਤਿਹਾਸਕ ਪੁਸਤਕ ਪੜ੍ਹਦੇ ਹਾਂ ਉਸ ਦੇ ਵਿੱਚ ਸਮੇਂ ਨੂੰ ਸੰਮਤ ਦੇ ਰੂਪ ਦੇ ਵਿੱਚ ਦਰਸਾਇਆ ਜਾਂਦਾ। ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਹੁਣ ਅਸੀਂ ਨਾਨਕ ਸ਼ਾਹੀ ਸੰਮਤ ਬਾਰੇ ਵੀ ਪੜ੍ਹਦੇ ਹਾਂ। ਅੱਜ ਅਸੀਂ ਇਸੇ ਬਾਰੇ ਗੱਲ ਕਰਾਂਗੇ ਕਿ ਈਸਵੀ ਕੀ ਆ, ਈਸਵੀ ਪੂਰਵ ਕੀ ਆ, ਸੰਮਤ ਕੀ ਆ ਜਾਂ ਨਾਨਕ ਸ਼ਾਹੀ ਸੰਮਤ ਕੀ ਆ। ਬਹੁਤ ਸਾਰੇ ਕੈਲੰਡਰ ਆ ਜਿਹੜੇ ਵਿਸ਼ਵ ਭਰ ਦੇ ਵਿੱਚ ਸਮੇਂ ਨੂੰ ਦਰਸਾਉਣ ਲਈ, ਲੇਬਲਿੰਗ ਕਰਨ ਲਈ ਵਰਤੇ ਜਾਂਦੇ ਆ। ਪਰ ਜਿਹੜਾ ਕੈਲੰਡਰ ਅਸੀਂ ਸਾਰਿਆਂ ਨੇ ਪ੍ਰਵਾਨ ਕਰ ਲਿਆ, ਅੰਤਰਰਾਸ਼ਟਰੀ ਪੱਧਰ 'ਤੇ ਪ੍ਰਵਾਨ ਕਰ ਲਿਆ, ਉਹ ਹੈਗਾ ਕ੍ਰਿਸਚੀਅਨ ਕੈਲੰਡਰ, ਜਿਹਨੂੰ ਗ੍ਰੈਗੋਰੀਅਨ ਕੈਲੰਡਰ ਕਿਹਾ ਜਾਂਦਾ। ਸਾਨੂੰ ਉਹਦੇ ਬਾਰੇ ਹੀ ਪਤਾ ਹੁੰਦਾ, ਉਸ ਦੇ ਹਿਸਾਬ ਨਾਲ ਹੀ ਅਸੀਂ ਨਵਾਂ ਸਾਲ ਮਨਾਉਂਦੇ ਹਾਂ। ਸਾਨੂੰ ਸਾਰਿਆਂ ਨੂੰ ਪਤਾ ਕਿ 2020 ਈਸਵੀ ਚੱਲ ਰਹੀ ਆ। ਸਾਨੂੰ ਨਹੀਂ ਪਤਾ ਹੁੰਦਾ ਕਿ ਸੰਮਤ ਆ ਜਿਹੜਾ ਉਹ ਕਿੰਨਾ ਚੱਲ ਰਿਹਾ। ਅੱਜ ਦੇ ਇਸ ਟੌਪਿਕ ਦੇ ਵਿੱਚ ਅਸੀਂ ਇਹੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਈਸਵੀ ਅਤੇ ਈਸਵੀ ਪੂਰਵ ਬਾਰੇ ਗੱਲ ਕਰਦੇ ਹਾਂ। ਈਸਵੀ ਲਈ ਇੰਗਲਿਸ਼ ਵਿੱਚ ਸ਼ਾਰਟ ਫਾਰਮ AD ਅਤੇ ਈਸਵੀ ਪੂਰਵ ਲਈ BC ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕ੍ਰਿਸਚੀਅਨ ਕੈਲੰਡਰ ਦੇ ਮੁਤਾਬਕ ਹੈ, ਜਿਸ ਨੂੰ ਗ੍ਰੈਗੋਰੀਅਨ ਕੈਲੰਡਰ ਕਿਹਾ ਜਾਂਦਾ ਹੈ। AD ਦਾ ਮਤਲਬ ਆਮ ਤੌਰ 'ਤੇ ਆਫਟਰ ਡੈਥ ਲੈ ਲਿਆ ਜਾਂਦਾ ਹੈ, ਪਰ ਇਹ ਸਹੀ ਨਹੀਂ ਹੈ। ਜੇ ਅਸੀਂ AD ਦੀ ਫੁੱਲ ਫਰੇਜ਼ ਦੇਖੀਏ ਤਾਂ ਉਹ ਹੈ ਐਨੋ ਡੋਮਿਨੀ ਨੋਸਟਰੀ ਜੀਸੂ ਕ੍ਰਿਸਟੀ, ਜਿਸ ਦਾ ਅਨੁਵਾਦ ਹੈ ਇਨ ਦਾ ਈਅਰ ਆਫ ਆਵਰ ਲਾਰਡ ਜੀਸਸ ਕ੍ਰਾਈਸਟ। ਕਈ ਈਸਵੀ ਸਨ ਦੀ ਸ਼ੁਰੂਆਤ ਯਿਸੂ ਮਸੀਹ ਦੇ ਜਨਮ ਤੋਂ ਮੰਨਦੇ ਹਨ, ਪਰ ਉਹਨਾਂ ਦਾ ਜਨਮ ਕਦੋਂ ਹੋਇਆ ਇਸ ਬਾਰੇ ਇੱਕ ਰਾਏ ਨਹੀਂ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਉਹਨਾਂ ਦਾ ਜਨਮ 4 ਤੋਂ 6 ਈਸਵੀ ਪੂਰਵ ਦੇ ਵਿਚਕਾਰ ਕਿਤੇ ਹੋਇਆ। ਫਿਰ ਉਹਨਾਂ ਦੇ ਜੀਵਨ ਦਾ ਜੋ ਕਾਲ ਹੈ ਉਹ ਈਸਵੀ ਸਨ ਵਿੱਚ ਵੀ ਹੋਵੇਗਾ, ਕਿਉਂਕਿ ਉਹਨਾਂ ਦੀ ਉਮਰ 33 ਤੋਂ 36 ਸਾਲ ਦੇ ਵਿਚਕਾਰ ਮੰਨੀ ਜਾਂਦੀ ਹੈ। ਕਈ ਮੰਨਦੇ ਨੇ ਕਿ ਜਿਸ ਪੁਆਇੰਟ ਤੋਂ ਈਸਵੀ ਸਨ ਦੀ ਸ਼ੁਰੂਆਤ ਹੋਈ ਉਸੇ ਵਿੱਚ ਹੀ ਉਹਨਾਂ ਦਾ ਜੀਵਨ ਕਾਲ ਹੈ। ਪਰ ਅਸੀਂ ਸਿਰਫ ਈਸਵੀ ਅਤੇ ਈਸਵੀ ਪੂਰਵ ਦਾ ਫਰਕ ਸਮਝਣਾ ਹੈ ਤਾਂ ਸਾਡੇ ਲਈ ਸਿਰਫ ਇੰਨਾ ਹੀ ਕਾਫੀ ਆ ਕਿ ਈਸਵੀ ਈਸਾ ਮਸੀਹ ਤੋਂ ਬਾਅਦ ਦਾ ਸਮਾਂ ਹੈ ਅਤੇ ਈਸਵੀ ਪੂਰਵ, ਜਿਸ ਨੂੰ BC ਲਿਖਦੇ ਹਾਂ, ਯਾਨੀ ਬਿਫੋਰ ਕ੍ਰਾਈਸਟ, ਈਸਾ ਤੋਂ ਪਹਿਲਾਂ ਦਾ ਸਮਾਂ ਹੈ। ਹੁਣ ਸਮੇਂ ਦੀ ਗਣਨਾ ਲਈ ਅਸੀਂ ਦੇਖਦੇ ਹਾਂ ਕਿ ਅਸੀਂ 1 ਈਸਵੀ ਤੋਂ ਚੱਲ ਕੇ ਅੱਜ 2020 ਈਸਵੀ ਤੱਕ ਪਹੁੰਚ ਚੁੱਕੇ ਹਾਂ। ਪਰ ਸਾਨੂੰ ਪਤਾ ਹੈ ਕਿ ਦੁਨੀਆ ਤੋਂ ਪਹਿਲਾਂ ਵੀ ਸੀ। ਇਸ ਸ੍ਰਿਸ਼ਟੀ ਦੀ ਸਾਜਨਾ ਕਦੋਂ ਹੋਈ ਸਾਨੂੰ ਨਹੀਂ ਪਤਾ।
ਮਨੁੱਖੀ ਜੀਵਨ ਕਦੋਂ ਤੋਂ ਧਰਤੀ ਤੇ ਹੈ ਸਾਨੂੰ ਨਹੀਂ ਪਤਾ, ਭਾਵ ਸਾਨੂੰ ਨਹੀਂ ਪਤਾ ਕਿ ਅਸੀਂ ਕਿੱਥੋਂ ਸ਼ੁਰੂ ਕਰੀਏ। ਸਾਡੇ ਕੋਲ ਜਿੰਨਾ ਕੁ ਇਤਿਹਾਸ ਹੈ ਉਸ ਨੂੰ ਮਿਤੀਬੱਧ ਕਰਨ ਲਈ ਘਟਦੇ ਕ੍ਰਮ ਦੇ ਵਿੱਚ ਸਮੇਂ ਨੂੰ ਦਰਸਾਇਆ ਗਿਆ ਹੈ। ਜਿਸ ਪੁਆਇੰਟ ਤੋਂ ਈਸਵੀ ਸਨ ਦੀ ਸ਼ੁਰੂਆਤ ਹੋਈ ਉਸ ਤੋਂ ਥੱਲੇ ਵੱਲ 1 2 3 ਕਰਕੇ ਸਮੇਂ ਨੂੰ ਅੰਕਿਤ ਕੀਤਾ ਗਿਆ। ਪਰ ਜਦੋਂ ਅਸੀਂ ਇਤਿਹਾਸ ਬਾਰੇ ਜਾਣਦੇ ਹਾਂ, ਪੜ੍ਹਦੇ ਹਾਂ ਤਾਂ ਥੱਲੇ ਤੋਂ ਦੇਖਣਾ ਸ਼ੁਰੂ ਕਰਦੇ ਹਾਂ, ਕਿਉਂਕਿ ਸਮਾਂ ਚੱਲਿਆ ਥੱਲੇ ਤੋਂ ਆ ਰਿਹਾ ਹੈ। ਇਸ ਲਈ ਜਦੋਂ ਮਿਤੀਆਂ ਨੂੰ ਦੇਖਦੇ ਹਾਂ ਤਾਂ ਇਹ ਘਟਦੇ ਕ੍ਰਮ ਦੇ ਵਿੱਚ ਆਉਂਦੀਆਂ ਹਨ। ਕੁਝ ਉਦਾਹਰਨਾਂ ਲੈਂਦੇ ਹਾਂ ਅਸੀਂ ਸਮਝਣ ਦੇ ਲਈ। ਜਿਸ ਤਰ੍ਹਾਂ ਵਿਦਿਆਰਥੀ ਦੇ ਮਨ ਦੇ ਵਿੱਚ ਆਉਂਦਾ ਕਿ ਅਸੀਂ ਪੜ੍ਹਦੇ ਹਾਂ ਕਿ ਸਿਕੰਦਰ ਨੇ ਭਾਰਤ ਦੇ ਉੱਤੇ ਹਮਲਾ 326 ਈਸਵੀ ਪੂਰਵ ਕੀਤਾ, ਪਰ ਅਸੀਂ ਪੜ੍ਹਦੇ ਹਾਂ ਕਿ ਸਿਕੰਦਰ ਦਾ ਜਨਮ 356 ਈਸਵੀ ਪੂਰਵ ਹੋਇਆ, ਤਾਂ ਇੱਥੇ ਵਿਦਿਆਰਥੀ ਨੂੰ ਲੱਗਦਾ ਕਿ ਸਿਕੰਦਰ ਦਾ ਜਨਮ ਤਾਂ 356 'ਚ ਹੋਇਆ ਅਤੇ ਉਹਨੇ ਹਮਲਾ 326 'ਚ ਕਿਵੇਂ ਕੀਤਾ। ਤਾਂ ਅਸੀਂ ਇਸ ਜੋ ਅਸੀਂ ਇੱਕ ਗ੍ਰਾਫ ਬਣਾਇਆ ਇਹਦੀ ਮਦਦ ਦੇ ਨਾਲ ਅਸੀਂ ਸਮਝਾਂਗੇ ਕਿ ਇਸ ਸਮਾਂ ਥੱਲੇ ਤੋਂ ਚੱਲਿਆ ਆ ਰਿਹਾ। ਇਸ ਲਈ ਜਦੋਂ ਥੱਲੇ ਤੋਂ ਚੱਲਿਆ ਆ ਰਿਹਾ ਤਾਂ 356 ਪਹਿਲਾਂ ਆ ਰਿਹਾ, 326 ਬਾਅਦ ਦੇ ਵਿੱਚ ਆ ਰਿਹਾ। ਇਸੇ ਤਰ੍ਹਾਂ ਮਹਾਤਮਾ ਬੁੱਧ ਦਾ ਜਨਮ 567 ਈਸਵੀ ਪੂਰਵ ਅਤੇ ਉਹਨਾਂ ਦਾ ਸਰੀਰ ਤਿਆਗਿਆ ਉਹਨਾਂ ਨੇ 487 ਈਸਵੀ ਪੂਰਵ। ਇੱਥੇ ਵੀ ਵਿਦਿਆਰਥੀ ਨੂੰ ਲੱਗਦਾ ਕਿ ਉਹਨਾਂ ਦਾ ਜਨਮ 567 'ਚ ਹੋਇਆ ਤਾਂ ਉਹਨਾਂ ਦੀ ਜਿਹੜੀ ਮੌਤ ਆ 487 ਈਸਵੀ ਦੇ ਵਿੱਚ ਕਿਵੇਂ ਹੋਈ। ਇੱਥੇ ਵੀ ਅਸੀਂ ਦੇਖਾਂਗੇ ਜਦੋਂ ਅਸੀਂ ਥੱਲਿਓਂ ਦੇਖਣਾ ਸ਼ੁਰੂ ਕੀਤਾ ਤਾਂ 567 ਪਹਿਲਾਂ ਆ ਰਿਹਾ ਤਾਂ 487 ਬਾਅਦ ਦੇ ਵਿੱਚ ਆ ਰਿਹਾ। ਇਸੇ ਤਰ੍ਹਾਂ ਅਸੀਂ ਆਰੀਆ ਭਾਰਤ ਦੇ ਵਿੱਚ ਆਰੀਆ ਦਾ ਆਗਮਨ ਆ ਜਿਹੜਾ ਮੰਨਦੇ ਹਾਂ ਕਿ 1500 ਤੋਂ ਜਿਹੜਾ 1000 ਈਸਵੀ ਪੂਰਵ ਮੰਨਦੇ ਆ ਇਤਿਹਾਸਕਾਰ, ਤਾਂ ਅਸੀਂ ਇਸ ਨੂੰ 1000 ਤੋਂ 1500 ਈਸਵੀ ਪੂਰਵ ਨਹੀਂ ਲਿਖਾਂਗੇ, ਅਸੀਂ 1500 ਈਸਵੀ ਪੂਰਵ ਤੋਂ 1000 ਈਸਵੀ ਪੂਰਵ ਲਿਖਾਂਗੇ, ਕਿਉਂਕਿ ਅਸੀਂ ਥੱਲੇ ਤੋਂ ਦੇਖ ਰਹੇ ਹਾਂ। ਸਿੰਧ ਘਾਟੀ ਸੱਭਿਅਤਾ ਕਦੋਂ ਹੋਂਦ ਦੇ ਵਿੱਚ ਸੀ। ਸਿੰਧ ਘਾਟੀ ਸੱਭਿਅਤਾ ਦੇ ਬਾਰੇ ਅੰਦਾਜ਼ਾ ਕਿ ਅੱਜ ਤੋਂ ਲਗਭਗ 5000 ਸਾਲ ਪਹਿਲਾਂ ਹੋਂਦ ਦੇ ਵਿੱਚ ਸੀ। ਬਹੁਤੇ ਇਤਿਹਾਸਕਾਰ ਜਿਹੜੇ ਇੱਕਮਤ ਹੋਏ ਆ ਇਸ ਬਾਰੇ ਕਿ 2250 ਤੋਂ 1750 ਈਸਵੀ ਦੇ ਵਿਚਕਾਰ ਇਹ ਸੱਭਿਅਤਾ ਹੋਂਦ ਦੇ ਵਿੱਚ ਸੀ, ਪਰ ਕਈ ਇਤਿਹਾਸਕਾਰ ਇਹ ਵੀ ਮੰਨਦੇ ਆ ਕਿ 3000 ਈਸਵੀ ਪੂਰਵ ਵੀ ਮੰਨਦੇ ਆ। ਇਸ ਲਈ ਇੱਕ ਅੰਦਾਜ਼ਾ ਲਾ ਲਿਆ ਕਿ ਲਗਭਗ 5000 ਸਾਲ ਪਹਿਲਾਂ ਹੋਂਦ ਦੇ ਵਿੱਚ ਸੀ। ਹੁਣ ਅਸੀਂ ਜਿਹੜੇ ਈਸਵੀ ਪੂਰਵ ਦੇ ਸਨ ਉਹਨਾਂ ਨੂੰ ਅਸੀਂ ਕਿਵੇਂ ਦੇਖਣਾ। ਜੇ ਅਸੀਂ ਅੱਜ ਦੇਖੀਏ ਤਾਂ ਇਸ ਚੀਜ਼ ਨੂੰ ਕਿ ਕਿਸੇ ਘਟਨਾ ਨੂੰ ਘਟਿਤ ਹੋਏ ਨੂੰ ਕਿੰਨਾ ਸਮਾਂ ਹੋ ਗਿਆ, ਅਤੇ ਜਿਸ ਤਰ੍ਹਾਂ ਅਸੀਂ ਸਿਕੰਦਰ ਦਾ ਹਮਲਾ ਹੀ ਲਾਈਏ ਕਿ 326 ਈਸਵੀ ਪੂਰਵ ਸਿਕੰਦਰ ਨੇ ਭਾਰਤ 'ਤੇ ਹਮਲਾ ਕੀਤਾ। ਜੇ ਅਸੀਂ ਅੱਜ ਦੇਖੀਏ ਕਿ ਉਹਨੂੰ ਕਿੰਨਾ ਸਮਾਂ ਹੋ ਗਿਆ ਹਮਲਾ ਕੀਤੇ ਨੂੰ, ਤਾਂ ਅਸੀਂ ਇਹਦੇ ਵਿੱਚ 2020 ਜੋ ਹੁਣ ਚੱਲ ਰਿਹਾ ਉਹ ਅਸੀਂ ਜੋੜ ਕਰ ਦਾਂਗੇ, ਤਾਂ ਸਾਡੇ ਕੋਲੇ ਜੋ ਜੋੜ ਕਰਕੇ ਸੰਖਿਆ ਆਊਗੀ 2346 ਆਊਗੀ। ਤਾਂ ਸਾਨੂੰ ਪਤਾ ਲੱਗੂ ਕਿ 2346 ਸਾਲ ਪਹਿਲਾਂ ਸਿਕੰਦਰ ਨੇ ਭਾਰਤ ਦੇ ਉੱਪਰ ਹਮਲਾ ਕੀਤਾ ਸੀ। ਅਸੀਂ ਜਦੋਂ ਇਹ ਸਮਾਂ ਕੱਢਣਾ ਤਾਂ ਈਸਵੀ ਪੂਰਵ ਦਾ ਕੋਈ ਸਮਾਂ ਜਿਹੜਾ ਈਸਵੀ ਪੂਰਵ ਦੇ ਵਿੱਚ ਆ, ਜਦੋਂ ਅਸੀਂ ਹੁਣ ਤੋਂ ਦੇਖਣਾ ਕਿ ਇਸ ਗੱਲ ਨੂੰ ਹੋਏ ਕਿੰਨਾ ਚਿਰ ਹੋ ਗਿਆ, ਤਾਂ ਅਸੀਂ ਇਹਦੇ ਵਿੱਚ ਜੋ ਜਿੰਨਾ ਸਨ ਚੱਲ ਰਿਹਾ ਅਸੀਂ ਉਹਦੇ ਵਿੱਚ ਉਸ ਚੀਜ਼ ਨੂੰ ਜੋੜਾਂਗੇ। ਅਸੀਂ ਕਿ ਮਹਾਤਮਾ ਬੁੱਧ ਅੱਜ ਦਾ ਜਨਮ ਹੁਣ ਤੋਂ ਕਿੰਨੀ ਦੇਰ ਪਹਿਲਾਂ ਹੋਇਆ, ਜੇ ਅਸੀਂ ਇਹ ਦੇਖਣਾ ਹੋਵੇ ਤਾਂ ਅਸੀਂ 2020 ਦੇ ਵਿੱਚ ਜਿਹੜੇ 567 ਈਸਵੀ ਪੂਰਵ ਆ ਉਹਨਾਂ ਦੇ ਜਨਮ ਦੀ ਤਰੀਕ ਇਹ ਅਸੀਂ ਜੋੜ ਦਾਂਗੇ, ਤਾਂ ਸਾਡੇ ਕੋਲੇ ਜਿਹੜਾ ਸਨ ਆਊਗਾ। ਇਸ ਤਰ੍ਹਾਂ ਸਾਡੇ ਕੋਲੇ ਆਇਆ ਕਿ 2587 ਕਿ 2587 ਸਾਲ ਪਹਿਲਾਂ ਜਿਹੜਾ ਮਹਾਤਮਾ ਬੁੱਧ ਦਾ ਜਨਮ ਹੋਇਆ ਸੀ। ਇਸ ਤਰ੍ਹਾਂ ਅਸੀਂ ਸਮੇਂ ਨੂੰ ਕੱਢ ਸਕਦੇ ਹਾਂ। ਅਸੀਂ ਜੋੜ ਕਰਾਂਗੇ ਈਸਵੀ ਪੂਰਵ ਦੇ ਸਨ ਨੂੰ ਹੁਣ ਈਸਵੀ ਦੇ ਵਿੱਚ। ਬਿਕਰਮੀ ਸੰਮਤ। ਬਿਕਰਮੀ ਸੰਮਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬਿਕਰਮੀ ਸੰਮਤ ਦੀ ਜਿਹੜੀ ਸ਼ੁਰੂਆਤ ਆ 57 ਈਸਵੀ ਪੂਰਵ ਹੋਈ। ਰਾਜਾ ਬਿਕਰਮਾਦਿੱਤਿਆ ਨੇ ਇਸ ਸੰਮਤ ਦੀ ਸ਼ੁਰੂਆਤ ਕੀਤੀ। ਕਿਹਾ ਜਾਂਦਾ ਕਿ ਉਜੈਨ 'ਚ ਸ਼ੱਕਾਂ ਨੂੰ ਹਰਾ ਕੇ ਉਸਨੇ ਆਪਣੇ ਨਾਮ 'ਤੇ ਜਿਹੜਾ ਸੀ ਸੰਨ ਦੀ ਸ਼ੁਰੂਆਤ ਕੀਤੀ ਕਿ ਰਾਜੇ ਜਦੋਂ ਆਪਣੇ ਰਾਜ ਦਾ ਬਹੁਤ ਜ਼ਿਆਦਾ ਵਿਸਥਾਰ ਕਰ ਲੈਂਦੇ ਸੀ
ਪਰਜਾ ਦੇ ਵਿੱਚ ਬਹੁਤ ਲੋਕਪ੍ਰਿय ਹੋ ਜਾਂਦੇ ਸੀ ਤਾਂ ਉਹ ਆਪਣੇ ਨਾਮ 'ਤੇ ਸੰਨ ਦੀ ਸ਼ੁਰੂਆਤ ਕਰ ਲੈਂਦੇ ਸੀ। ਉਸ ਸਮੇਂ ਕਿਹਾ ਜਾਂਦਾ ਕਿ ਪਰਜਾ ਦਾ ਜਿਹੜਾ ਸੀ ਕਰਜ਼ਾ ਮਾਫ ਕਰ ਦਿੱਤਾ ਜਾਂਦਾ ਸੀ। 57 ਈਸਵੀ ਪੂਰਵ ਜਨੀ ਰਾਜਾ ਵਿਕਰਮਾਦਿੱਤਿਆ ਨੇ ਆਪਣੇ ਨਾਮ 'ਤੇ ਸੰਮਤ ਸੰਨ ਦੀ ਸ਼ੁਰੂਆਤ ਕੀਤੀ। ਕਿਉਂਕਿ ਈਸਵੀ ਪੂਰਵ 'ਚ ਹੋਇਆ, ਈਸਵੀ ਤੋਂ 57 ਸਾਲ ਪਹਿਲਾਂ ਹੋਇਆ, ਇਸ ਲਈ ਜਿਹੜਾ 57 ਸਾਲ ਈਸਵੀ ਤੋਂ ਵੱਡਾ। ਇਸ ਦੀ ਗਣਨਾ ਕਰਨ ਲਈ ਜੇ ਹੁਣ ਅਸੀਂ ਦੇਖਣਾ ਹੋਵੇ ਕਿ ਇਹ ਸੰਮਤ ਕਿਹੜਾ ਚੱਲ ਰਿਹਾ ਤਾਂ ਅਸੀਂ 2020 ਦੇ ਵਿੱਚ 57 ਸਾਲ ਜੋੜ ਦਾਂਗੇ ਤਾਂ ਹੁਣ ਇਹਦਾ ਮਤਲਬ ਆ 2077 ਸੰਮਤ ਚੱਲ ਰਿਹਾ। ਜੇ ਅਸੀਂ ਸੰਮਤ ਸੰਨ ਦੇ ਵਿੱਚ ਕੋਈ ਅਸੀਂ ਸਮਾਂ ਦੇਖਦੇ ਹਾਂ, ਅਸੀਂ ਪਤਾ ਕਰਨਾ ਵਾ ਕਿ ਈਸਵੀ ਸੰਨ ਇਹਦਾ ਕਿੰਨਾ ਨਿਕਲੂ ਤਾਂ ਅਸੀਂ ਉਹਦੇ ਵਿੱਚੋਂ 57 ਸਾਲ ਮਾਈਨਸ ਕਰ ਦੇਣੇ ਆ। ਜਿਸ ਤਰ੍ਹਾਂ ਅਸੀਂ ਅਸੀਂ ਦੇਖਿਆ ਕਿ ਗੁਰੂ ਤੇਗ ਬਹਾਦਰ ਜੀ ਦਾ ਜਨਮ 1678 ਸੰਮਤ ਦੇ ਵਿੱਚ ਹੋਇਆ ਔਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਦੋਂ ਈਸਵੀ ਕਿੰਨੀ ਸੀ ਤਾਂ ਅਸੀਂ ਉਹਦੇ ਵਿੱਚੋਂ 57 ਸਾਲ ਮਾਈਨਸ ਕਰ ਦਾਂਗੇ, 1621 ਈਸਵੀ ਉਹਨਾਂ ਦੇ ਜਨਮ ਦੀ ਆ ਜਾਏਗੀ। ਇਸ ਤੋਂ ਅੱਗੇ ਸ਼ਕ ਸੰਮਤ। ਸ਼ਕ ਸੰਮਤ ਦੀ ਸ਼ੁਰੂਆਤ ਕੁਸ਼ਾਣ ਵੰਸ਼ ਦੇ ਰਾਜੇ ਕਨਿਸ਼ਕ ਨੇ 78 ਈਸਵੀ ਦੇ ਵਿੱਚ ਕੀਤੀ। ਇਹ ਈਸਵੀ ਪੂਰਵ ਦੇ ਵਿੱਚ ਨਹੀਂ ਹੈਗਾ, 78 ਈਸਵੀ ਦੇ ਵਿੱਚ ਆ। ਇਸ ਲਈ ਜਿਹੜਾ ਸ਼ਕ ਸੰਮਤ ਆ ਇਸ ਨੂੰ ਜਦੋਂ ਅਸੀਂ ਦੇਖਣਾ ਫਿਰ ਅਸੀਂ 2020 ਦੇ ਵਿੱਚੋਂ 78 ਮਾਈਨਸ ਕਰਾਂਗੇ ਕਿ ਅਸੀਂ ਦੇਖਾਂਗੇ ਸ਼ਕ ਸੰਮਤ ਕਿਹੜਾ। ਹੁਣ ਜਿਹੜਾ ਹੈਗਾ 1942 ਸ਼ਕ ਸੰਮਤ ਚੱਲ ਰਿਹਾ ਵਾ। ਜਦੋਂ ਅਸੀਂ 2020 ਦੇ ਵਿੱਚੋਂ 78 ਮਾਈਨਸ ਕਰਦੇ ਹਾਂ ਤਾਂ 1942 ਆ ਜਾਂਦਾ। ਇਹ ਅਸੀਂ ਵੈਸੇ ਘੱਟ ਲਿਖਿਆ ਦੇਖਦੇ ਹਾਂ, ਵੈਸੇ ਸਾਡਾ ਇਹ ਰਾਸ਼ਟਰੀ ਕੈਲੰਡਰ ਜਿਹੜਾ ਸ਼ਕ ਕੈਲੰਡਰ ਆ। ਨਾਨਕਸ਼ਾਹੀ ਸੰਮਤ। ਨਾਨਕਸ਼ਾਹੀ ਸੰਮਤ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਨਾਲ ਹੈ। ਇਸ ਦੀ ਗਣਨਾ ਉਹਨਾਂ ਦੇ ਜਨਮ ਦੇ ਸਾਲ 1469 ਤੋਂ ਹੁੰਦੀ ਹੈ। ਉਸ ਹਿਸਾਬ ਨਾਲ ਹੁਣ 552 ਸੰਮਤ ਚੱਲ ਰਿਹਾ ਹੈ। ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਚਾਹੇ ਵਿਕਰਮੀ ਸੰਮਤ ਹੋਵੇ, ਸ਼ਕ ਸੰਮਤ ਹੋਵੇ ਜਾਂ ਨਾਨਕਸ਼ਾਹੀ ਸੰਮਤ ਹੋਵੇ, ਇਹਨਾਂ ਦਾ ਆਰੰਭ ਜਨਵਰੀ ਤੋਂ ਨਹੀਂ ਹੁੰਦਾ। ਇਹਨਾਂ ਦਾ ਆਰੰਭ ਦੇਸੀ ਮਹੀਨਿਆਂ ਮੁਤਾਬਕ ਚੇਤ ਮਹੀਨੇ ਤੋਂ ਹੁੰਦਾ ਹੈ। ਹੁਣ ਇਹਨਾਂ ਦੀ ਗਣਨਾ ਦੀ ਗੱਲ ਕਰੀਏ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਆ ਕਿ ਵਿਕਰਮੀ ਸੰਮਤ ਇਸ ਸਮੇਂ 2077 ਚੱਲ ਰਿਹਾ ਕਿਉਂਕਿ ਅਸੀਂ 57 ਸਾਲ ਇਸ ਦੇ ਵਿੱਚ ਜੋੜਦੇ ਹਾਂ। ਸ਼ਕ ਸੰਮਤ 1942 ਚੱਲ ਰਿਹਾ, ਅਸੀਂ 78 ਸਾਲ ਮਾਈਨਸ ਕਰਦੇ ਹਾਂ। ਨਾਨਕਸ਼ਾਹੀ ਜਿਹੜਾ ਸੰਮਤ ਆ 552 ਚੱਲ ਰਿਹਾ। ਪਰ ਫਰਵਰੀ ਦੇ ਵਿੱਚ ਇਹ ਵਿਕਰਮੀ ਸੰਮਤ 2076 ਸੀ, ਸ਼ਕ ਸੰਮਤ 1941 ਸੀ ਅਤੇ ਨਾਨਕਸ਼ਾਹੀ ਸੰਮਤ 551 ਸੀ। ਇਹ ਸੰਮਤ ਆ ਜਿਹੜੇ ਚੇਤ ਮਹੀਨੇ ਦੀ ਸੰਗਰਾਂਦ ਨੂੰ ਚੇਂਜ ਹੁੰਦੇ ਨੇ, ਬਦਲਦੇ ਨੇ। ਉਮੀਦ ਹੈ ਵਿਦਿਆਰਥੀਓ ਤੁਹਾਨੂੰ ਸਮਝ ਆ ਗਿਆ ਹੋਵੇਗਾ। ਅਸੀਂ ਪੜ੍ਹਿਆ, ਸਮਝਿਆ ਕਿ ਈਸਵੀ ਸਨ ਆ ਜਿਹੜਾ ਈਸਾ ਤੋਂ ਬਾਅਦ ਦਾ ਸਮਾਂ, ਈਸਵੀ ਪੂਰਵ ਈਸਾ ਤੋਂ ਪਹਿਲਾਂ ਦਾ ਸਮਾਂ, ਸੰਮਤ ਜਿਹੜਾ ਹੈ 57 ਈਸਵੀ ਪੂਰਵ ਸ਼ੁਰੂ ਹੋਇਆ। ਇਸ ਲਈ ਇਸ ਦੀ ਗਣਨਾ ਜਦੋਂ ਅਸੀਂ ਕਰਨੀ ਆ ਤਾਂ ਅਸੀਂ ਜੋ ਸਮਾਂ ਚੱਲ ਰਿਹਾ ਉਹਦੇ ਵਿੱਚ 57 ਸਾਲ ਜੋੜ ਕੇ ਦੇਖ ਲੈਣਾ ਕਿ ਹੁਣ ਸੰਮਤ ਕਿਹੜਾ ਚੱਲ ਰਿਹਾ ਵਾ। ਸ਼ਕ ਸੰਮਤ ਹੈ ਜਿਹੜਾ ਕਿਉਂਕਿ ਉਹ 78 ਈਸਵੀ ਦੇ ਵਿੱਚ ਸ਼ੁਰੂ ਹੋਇਆ। ਜੇ ਇਹਦੀ ਗਣਨਾ ਅਸੀਂ ਕਰਨੀ ਆ ਤਾਂ ਸਾਨੂੰ 78 ਸਾਲ ਮਾਈਨਸ ਕਰਨੇ ਪੈਣਗੇ, ਯਾਨੀ ਘਟਾਉਣੇ ਪੈਣਗੇ। ਨਾਨਕਸ਼ਾਹੀ ਸੰਮਤ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਸ਼ੁਰੂ ਹੋਇਆ। ਇਸ ਸਮੇਂ ਜਿਹੜਾ 552 ਨਾਨਕਸ਼ਾਹੀ ਸੰਮਤ ਚੱਲ ਰਿਹਾ। ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਵੇਗੀ। ਫਿਰ ਵੀ ਜੇ ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਆਈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਵਾਲ ਪੁੱਛ ਸਕਦੇ ਹੋ। ਧੰਨਵਾਦ।